ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ ਭਾਗ ਦੂਜਾ। ਪਰਿਵਾਰ ਤਾਂ ਹੀ ਵਿਕਾਸ ਕਰਦੇ ਹਨ ਜੇ ਉਹਨਾਂ ਦੀ ਸੋਚ ਭਵਿੱਖਮਈ ਹੋਵੇ। ਪ੍ਰੇਰਨਾ ਕਿਵੇਂ ਦਿੱਤੀ ਲਈ ਜਾਂਦੀ ਹੈ? ਆਪਣੇ ਲਈ ਘੱਟ ਅਤੇ ਅਦਾਰੇ ਲਈ ਵਧੇਰੇ ਸੋਚਣ ਨਾਲ ਅਦਾਰਾ ਪ੍ਰੇਰਿਤ ਹੁੰਦਾ ਹੈ। ਆਪਣੇ ਲਈ ਘੱਟ ਅਤੇ ਟੀਮ ਲਈ ਵਧੇਰੇ ਸੋਚਣ ਨਾਲ ਟੀਮ ਮਜ਼ਬੂਤ ਹੁੰਦੀ ਹੈ। ਨਾਅਰੇ ਤਾਂ ਹੀ ਅਸਰ ਵਿਖਾਉਂਦੇ ਹਨ ਜੇ ਟੁੰਬਵੇਂ ਅਤੇ ਢੁਕਵੇਂ ਹੋਣ। ਕਿਸੇ ਦੀ ਉਮਰ ਜਾਣਨ ਵਾਸਤੇ ਉਸ ਦੇ ਹੱਥ ਦਾ ਪੁੱਠਾ ਪਾਸਾ ਵੇਖੋ, ਕਿਸੇ ਪ੍ਰਕਾਰ ਦਾ ਭੁਲੇਖਾ ਨਹੀਂ ਲੱਗੇਗਾ। ਹਰੇਕ ਜੀਵ ਦੇ ਨੱਕ ਦਾ ਆਕਾਰ ਉਸ ਦੇ ਸਰੀਰ ਅਤੇ ਸਾਹ ਦੀ ਲੋੜ 'ਤੇ ਨਿਰਭਰ ਕਰਦਾ ਹੈ। ਘੋੜੇ ਦਾ ਚਿਹਰਾ ਵੱਡਾ ਨੱਕ ਹੀ ਹੁੰਦਾ ਹੈ। ਉਸ ਨੂੰ ਦੌੜਨ ਲਈ ਵਧੇਰੇ ਆਕਸੀਜਨ ਦੀ ਲੋੜ ਪੈਂਦੀ ਹੈ। ਸ਼ਹਿਰਾਂ ਵਿੱਚ ਪੂਰੀ ਤਰ੍ਹਾਂ ਅਤੇ ਸੰਘਣਾ ਹਨੇਰਾ ਨਹੀਂ ਹੁੰਦਾ, ਇਸੇ ਲਈ ਸ਼ਹਿਰੀਆਂ ਨੂੰ ਡੂੰਘੀ ਨੀਂਦਰ ਨਹੀਂ ਆਉਂਦੀ, ਹੋਰ ਨੀਂਦਰ ਦੀ ਲੋੜ ਬਣੀ ਰਹਿੰਦੀ ਹੈ। ਯੁੱਧ ਦੌਰਾਨ ਪੁਲ ਬੜੇ ਮਹੱਤਵਪੂਰਨ ਹੋ ਜਾਂਦੇ ਹਨ। ਸ਼ਰਾਬੀ ਹੋ ਜਾਣ ਵਾਲੇ ਵਿਅਕਤੀ ਨੂੰ ਸ਼ਰਾਬ ਪੀਣ ਦਾ ਸਲੀਕਾ ਨਹੀਂ ਆਉਂਦਾ, ਇਸੇ ਲਈ ਉਸ ਨੂੰ ਸ਼ਰਾਬੀ ਕਿਹਾ ਜਾਂਦਾ ਹੈ। ਸ਼ਰਾਬੀਆਂ ਨੇ ਸ਼ਰਾਬ ਨੂੰ ਬਦਨਾਮ ਕੀਤਾ ਹੋਇਆ ਹੈ ਕਿਉਂਕਿ ਉਹ ਭੈੜੇ ਢੰਗ ਨਾਲ ਆਪਣੇ ਆਪ ਨੂੰ ਬਰਬਾਦ ਕਰਦੇ ਹਨ। ਸ਼ਰਾਬ ਗਰੀਬ ਦੇਸ਼ਾਂ ਵਿੱਚ ਹੀ ਬਦਨਾਮ ਹੈ, ਅਮੀਰ ਦੇਸ਼ਾਂ ਵਿੱਚ ਇਹ ਰਾਤ ਦੇ ਭੋਜਨ ਦਾ ਇੱਕ ਸਧਾਰਨ ਭਾਗ ਹੈ। ਜੇ ਆਸ ਨਾ ਹੁੰਦੀ ਤਾਂ ਬਿਮਾਰੀ ਅਤੇ ਗਰੀਬੀ ਆਦਿ ਅਸਹਿ ਹੋਣੀਆਂ ਸਨ। ਹਰੇਕ ਵਿਅਕਤੀ ਆਪਣੇ ਦਿਨ ਦਾ ਚੋਖਾ ਭਾਗ ਉਹਨਾਂ ਗੁਣਾਂ ਪੱਖਾਂ ਦੀ ਨੁਮਾਇਸ਼ ਵਿੱਚ ਲਾ ਦਿੰਦਾ ਹੈ ਜਿਹੜੇ ਉਸ ਵਿੱਚ ਹੁੰਦੇ ਨਹੀਂ, ਉਹਨਾਂ ਲੋਕਾਂ ਤੋਂ ਵਾਹ ਖੱਟਣ ਲਈ ਜਿਹੜੇ ਉਸ ਦੀ ਪਰਵਾਹ ਨਹੀਂ ਕਰਦੇ। ਜੇ ਤੁਸੀਂ ਕਿਸੇ ਦਾ ਵਿਸ਼ਵਾਸ ਜਿੱਤਿਆ ਹੋਇਆ ਹੈ ਤਾਂ ਉਹ ਤੁਹਾਡੇ ਨਾਲ ਬਾਹਰਲੀਆਂ ਸਮੱਸਿਆਵਾਂ ਅਤੇ ਅੰਦਰਲੇ ਭੇਤ ਸਾਂਝੇ ਕਰਨੇ ਚਾਹੇਗਾ। ਵੋਟ ਬੜੀ ਵੱਡੀ ਕਾਢ ਹੈ। ਇਸ ਕਾਢ ਤੋਂ ਪਹਿਲਾਂ ਜਿਸ ਦਾ ਦਾਅ ਲੱਗਦਾ ਸੀ, ਦੇਸ਼ ਤੇ ਕਾਬਜ਼ ਹੋ ਜਾਂਦਾ ਸੀ, ਵੋਟ ਨੇ ਬਾਦਸ਼ਾਹੀਆਂ ਦਾ ਭੋਗ ਪਾਇਆ ਹੈ। ਜਦੋਂ ਕੋਈ ਭਾਸ਼ਾ ਲੋਪ ਹੋ ਜਾਂਦੀ ਹੈ ਤਾਂ ਉਸ ਨਾਲ ਇੱਕ ਸਮਾਜ, ਇੱਕ ਸੱਭਿਆਚਾਰ ਅਤੇ ਇੱਕ ਕੌਮ ਵੀ ਲੋਪ ਹੋ ਜਾਂਦੀ ਹੈ। ਜਿਵੇਂ ਹੌਸਲੇ ਦੀ ਜਾਗ ਲੱਗਦੀ ਹੈ, ਉਵੇਂ ਹੀ ਸਹਿਮ ਦੀ ਵੀ ਜਾਗ ਲੱਗਦੀ ਹੈ। ਮੰਗਤਿਆਂ, ਗੁਲਾਮਾਂ, ਗਰੀਬਾਂ ਵਿੱਚ ਸਾਂਝ ਹੋ ਸਕਦੀ ਹੈ ਪਰ ਏਕਾ ਨਹੀਂ। ਸਾਂਝ ਲੋੜਾਂ ਨਾਲ ਜੁੜੀ ਹੁੰਦੀ ਹੈ, ਏਕਾ ਵਿਰੋਧੀ ਦੀ ਪਛਾਣ ਨਾਲ ਹੁੰਦਾ ਹੈ। ਜਿਹੜੇ ਆਪਣੀ ਬਦਕਿਸਮਤੀ ਦੀਆਂ ਗੱਲਾਂ ਕਰਦੇ ਹਨ, ਉਹ ਆਪਣੀ ਬਦਕਿਸਮਤੀ ਵਿੱਚ ਆਪਣਾ ਯੋਗਦਾਨ ਛੁਪਾ ਰਹੇ ਹੁੰਦੇ ਹਨ। ਜਦੋਂ ਸਤਿਕਾਰ ਕਮਾਉਣ ਦਾ ਕੋਈ ਵਾਜਬ ਢੰਗ ਨਹੀਂ ਹੁੰਦਾ ਤਾਂ ਲੋਕ ਮਹਿੰਗੀਆਂ ਵਸਤਾਂ ਰਾਹੀਂ ਸਤਿਕਾਰ ਲੱਭਣ ਲੱਗ ਪੈਂਦੇ ਹਨ। ਧੀ ਦੇ ਘਰ ਤੋਂ ਇਲਾਵਾ ਕਿਹੜਾ ਘਰ ਹੈ ਜਿੱਥੇ ਤੁਸੀਂ ਬੇਆਸ ਹੋ ਕੇ ਬੁਢਾਪੇ ਵਿੱਚ ਬਿਮਾਰ ਹੋਣ ਦੀ ਹਾਲਤ ਵਿੱਚ ਰਹਿਣਾ ਪਸੰਦ ਕਰੋਗੇ? ਇਸ ਮਹੱਤਵਪੂਰਨ ਲੋੜ ਦੀ ਪੂਰਤੀ ਵਾਸਤੇ ਇੱਕ ਧੀ ਵਾਲੇ ਜ਼ਰੂਰ ਬਣੋ। ਜੋ ਪੜ੍ਹਨ ਲਈ ਰੁਚੀ ਹੋਵੇ ਉਹ ਪੜ੍ਹਨ ਦਾ ਲਾਭ ਹੁੰਦਾ ਹੈ, ਜੋ ਪੜ੍ਹਨ ਦੀ ਮਜਬੂਰੀ ਹੋਵੇ ਉਹ ਭਾਵੇਂ ਸਿਲੇਬਸ ਹੋਵੇ ਲਾਭਕਾਰੀ ਸਿੱਧ ਨਹੀਂ ਹੁੰਦਾ। ਜੇ ਸਾਰੇ ਪ੍ਰਸੰਨ ਨਹੀਂ ਹੋ ਸਕਦੇ ਤਾਂ ਵੱਧ ਤੋਂ ਵੱਧ ਦੀ ਪ੍ਰਸੰਨਤਾ ਲਈ ਕੁਝ ਦੀ ਨਾਰਾਜ਼ਗੀ ਬਰਦਾਸ਼ਤ ਕਰ ਲੈਣੀ ਚਾਹੀਦੀ ਹੈ। ਤੁਹਾਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ, ਪਰ ਹੋਰਾਂ ਨੂੰ ਆਪਣਾ ਪ੍ਰਤੀਕਰਮ ਪ੍ਰਗਟਾਉਣ ਦਾ ਵੀ ਅਧਿਕਾਰ ਹੈ। ਛਤਰੀ ਨੂੰ ਹਰ ਕੋਈ ਕਦੇ ਨਾ ਕਦੇ ਭੁੱਲਦਾ ਹੈ। ਜੇ ਜਵਾਨ ਛਤਰੀ ਨੂੰ ਭੁੱਲ ਜਾਵੇ ਤਾਂ ਕਿਹਾ ਜਾਂਦਾ ਹੈ ਧਿਆਨ ਕਿਸੇ ਹੋਰ ਪਾਸੇ ਹੋਵੇਗਾ। ਜੇ ਬਜ਼ੁਰਗ ਭੁੱਲੇ ਤਾਂ ਕਿਹਾ ਜਾਵੇਗਾ ਕਿ ਯਾਦ ਸ਼ਕਤੀ ਕਮਜ਼ੋਰ ਹੋ ਗਈ ਹੈ। ਜੇ ਕੋਈ ਇਸਤਰੀ ਭੁੱਲ ਜਾਵੇ ਤਾਂ ਕਿਹਾ ਜਾਂਦਾ ਹੈ ਇਹ ਜਿੱਥੇ ਵੀ ਜਾਂਦੀਆਂ ਹਨ ਕੁਝ ਭੁੱਲ ਕੇ ਹੀ ਆਉਂਦੀਆਂ ਹਨ। ਜਦੋਂ ਕੋਈ ਸਮੁੰਦਰੀ ਜਹਾਜ਼ ਡੁੱਬਣ ਲੱਗ ਜਾਵੇ ਤਾਂ ਉਸ ਨੂੰ ਬਚਾਇਆ ਨਹੀਂ ਜਾ ਸਕਦਾ, ਉਸ ਵਿਚਲੇ ਮਨੁੱਖ ਹੀ ਬਚਾਏ ਜਾ ਸਕਦੇ ਹਨ।
ਲਗਭਗ 21 ਸਾਲ ਦੀ ਉਮਰ ਵਿੱਚ ਹਰ ਕੋਈ ਆਪਣੇ ਆਪ ਨੂੰ ਸਭ ਪੱਖੋਂ ਸੰਪੂਰਨ ਸਮਝਦਾ ਹੈ। ਇਸ ਉਪਰੰਤ ਹੀ ਉਸ ਦੀ ਆਪਣੇ ਅਧੂਰੇਪਣ ਨਾਲ ਨਿਰੰਤਰ ਜਾਣ ਪਛਾਣ ਹੁੰਦੀ ਰਹਿੰਦੀ ਹੈ। ਕੰਮ ਕੋਈ ਹੋਵੇ, ਪੈਸਾ ਅਤੇ ਸਮਾਂ ਅਨੁਮਾਨ ਨਾਲੋਂ ਵਧੇਰੇ ਲੱਗਣਗੇ। ਗੈਰ ਜ਼ਰੂਰੀ ਲੜਾਈ ਤੋਂ ਬਚੋ, ਸਾਰੀਆਂ ਲੜਾਈਆਂ ਤੋਂ ਬਚ ਜਾਓਗੇ। ਹਰ ਕਿਸੇ ਵਿੱਚ ਆਪਣੀ ਜਨਮ ਭੂਮੀ ਵਿੱਚ ਪ੍ਰਸਿੱਧ ਹੋਣ ਦੀ ਇੱਛਾ ਹੁੰਦੀ ਹੈ। ਇਸ ਲਈ ਜਦੋਂ ਕੋਈ ਕਿਸੇ ਦੁਰੇਡੀ ਥਾਂ ਤੇ ਪ੍ਰਸਿੱਧ ਹੋ ਜਾਂਦਾ ਹੈ ਤਾਂ ਉਹ ਮਾਨਤਾ ਅਤੇ ਸਵਾਗਤ ਲਈ ਆਪਣੀ ਜਨਮ ਭੂਮੀ ਵੱਲ ਜ਼ਰੂਰ ਮੁੜਦਾ ਹੈ। ਜਿਸ ਵਿੱਚ ਹੀਣਤਾ ਦੀ ਭਾਵਨਾ ਹੁੰਦੀ ਹੈ, ਉਸ ਦਾ ਕੋਈ ਕਾਰਨ ਵੀ ਹੁੰਦਾ ਹੈ। ਨਾਰੀਵਾਦ ਦਾ ਪ੍ਰਚਾਰ ਕਰਨ ਵਾਲੀਆਂ ਇਸਤਰੀਆਂ ਅਕਸਰ ਗੈਰ ਨਾਰੀਵਾਦੀ ਵਸਤਰ ਪਹਿਨਦੀਆਂ ਹਨ। ਚੰਗੀਆਂ ਫਿਲਮਾਂ ਜ਼ਿੰਦਗੀ ਵਿੱਚ ਵਿਸ਼ਵਾਸ ਵਧਾਉਂਦੀਆਂ ਹਨ। ਬਦਲਾ ਲੈਣ ਦੀ ਇੱਛਾ ਅਤੇ ਤਸੱਲੀ ਵਧੇਰੇ ਇਸਤਰੀ ਨੂੰ ਹੁੰਦੀ ਹੈ, ਪਰ ਨੁਕਸਾਨ ਵੀ ਵਧੇਰੇ ਇਸਤਰੀ ਦਾ ਹੁੰਦਾ ਹੈ ਅਤੇ ਅਨੁਮਾਨ ਨਾਲੋਂ ਬਹੁਤ ਅਧਿਕ ਹੁੰਦਾ ਹੈ। ਉਸਨੇ ਕੱਲ੍ਹ ਆਪਣੇ ਪ੍ਰੇਮੀ ਨੂੰ ਮਿਲਣ ਵਾਲੇ ਕੱਪੜੇ ਪਾਏ ਹੋਏ ਸਨ, ਅੱਜ ਆਪਣੇ ਪਿਤਾ ਨੂੰ ਮਿਲਣ ਵਾਲੇ ਪਾਏ ਹੋਏ ਹਨ। ਬੋਲਣਾ ਯੋਗਤਾ ਹੈ, ਚੰਗੀ ਤਰ੍ਹਾਂ ਬੋਲਣਾ ਹੁਨਰ ਹੁੰਦਾ ਹੈ। ਰਿਸ਼ਤਾ ਕੋਈ ਹੋਵੇ, ਉਸ ਵਿੱਚ ਇਸਤਰੀ ਨੇ ਵਧੇਰੇ ਭਾਵਨਾਵਾਂ ਲਾਈਆਂ ਹੁੰਦੀਆਂ ਹਨ, ਸੁਪਨੇ ਬੀਜੇ ਹੁੰਦੇ ਹਨ, ਉਡੀਕ ਕੀਤੀ ਹੁੰਦੀ ਹੈ, ਸੋ ਉਸ ਨੂੰ ਰਿਸ਼ਤਾ ਟੁੱਟਣ ਦਾ ਅਤੇ ਵਿਛੋੜੇ ਦਾ ਦਰਦ ਵਧੇਰੇ ਹੁੰਦਾ ਹੈ। ਵਿਅੰਗ ਨਾਲ ਕਹੀਆਂ ਚੁਭਵੀਆਂ ਗੱਲਾਂ ਦਾ ਢੁਕਵਾਂ ਉੱਤਰ ਚੁੱਪ ਹੁੰਦਾ ਹੈ। ਕਸ਼ਮੀਰ ਵਾਂਗ ਕਈ ਸਮੱਸਿਆਵਾਂ ਜੱਦੀ ਹੁੰਦੀਆਂ ਹਨ, ਇਹ ਹੱਲ ਨਹੀਂ ਹੁੰਦੀਆਂ, ਇਹ ਬਰਦਾਸ਼ਤ ਹੀ ਕਰਨੀਆਂ ਪੈਂਦੀਆਂ ਹਨ। ਰਜਨੀਸ਼ ਫਿਲਾਸਫਰ ਚੰਗਾ ਸੀ, ਪਰ ਬੇਸਮਝਾਂ ਨੇ ਉਸ ਨੂੰ ਬਦਨਾਮ ਹੀ ਕੀਤਾ ਹੈ। ਹਰ ਜਵਾਨ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਭੁੱਲ ਇਹ ਕਰਦਾ ਹੈ ਕਿ ਉਹ ਆਪਣੇ ਪਿਆਰ ਨੂੰ ਸੰਦੀਵੀ ਸਮਝਦਾ ਹੈ। ਜਿਸ ਵਿਅਕਤੀ, ਪਰਿਵਾਰ ਜਾਂ ਦੇਸ਼ ਕੋਲ ਜਿਤਨਾ ਵਧੇਰੇ ਸਰਮਾਇਆ ਹੁੰਦਾ ਹੈ, ਉਸ ਕੋਲ ਕੁਝ ਨਵਾਂ ਕਰਨ ਦੇ ਉਤਨੇ ਹੀ ਵਧੇਰੇ ਅਵਸਰ ਹੋਣਗੇ। ਜਿਨ੍ਹਾਂ ਨੂੰ ਬਣੀ ਬਣਾਈ ਜਾਇਦਾਦ ਜਾਂ ਚੱਲਦਾ ਹੋਇਆ ਵਪਾਰ ਮਿਲ ਜਾਂਦਾ ਹੈ, ਉਹਨਾਂ ਨੂੰ ਸੋਚਣ ਦੀ ਆਦਤ ਨਹੀਂ ਹੁੰਦੀ, ਕਿਉਂਕਿ ਕਦੇ ਲੋੜ ਨਹੀਂ ਪਈ ਹੁੰਦੀ, ਸੋ ਉਹ ਦਿਮਾਗੀ ਪੱਖੋਂ ਆਲਸੀ, ਸਰੀਰਕ ਪੱਖੋਂ ਮੋਟੇ ਅਤੇ ਵਿਹਾਰ ਦੇ ਪੱਖੋਂ ਲੜਾਕੇ ਹੁੰਦੇ ਹਨ, ਜਿਸ ਕਾਰਨ ਸਭ ਕੁਝ ਉਹਨਾਂ ਦੇ ਹੱਥੋਂ ਨਿਕਲ ਜਾਂਦਾ ਹੈ। ਜਿਵੇਂ ਬੇਈਮਾਨੀ ਵੱਧ ਰਹੀ ਹੈ, ਉਵੇਂ ਹੀ ਉਦਾਸੀ ਅਤੇ ਨਿਰਾਸ਼ਤਾ ਵੱਧ ਰਹੀ ਹੈ। ਸਮਾਂ ਆਵੇਗਾ ਜਦੋਂ ਕੋਈ ਹੱਸੇਗਾ ਤਾਂ ਅਖਬਾਰ ਵਿੱਚ ਫੋਟੋ ਛਪੇਗੀ। ਖਰੀਦਦਾਰੀ ਇੱਕ ਖੇਡ ਅਤੇ ਮਨੋਰੰਜਨ ਬਣ ਗਈ ਹੈ। ਵੇਚਣ ਵਾਲਿਆਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਤੁਸੀਂ ਕੀ ਖਰੀਦੋਗੇ। ਯਥਾਰਥ ਨੂੰ ਸਮਝਣ ਲਈ ਕਲਪਨਾ ਜ਼ਰੂਰੀ ਹੁੰਦੀ ਹੈ। ਕਲਪਨਾ ਗਿਆਨ ਗ੍ਰਹਿਣ ਕਰਨ ਦੀ ਵਿਧੀ ਹੁੰਦੀ ਹੈ। ਅੱਖਾਂ, ਕੰਨ, ਨੱਕ, ਜੀਭ, ਚਮੜੀ ਆਦਿ ਗਿਆਨ ਇੰਦਰੀਆਂ ਆਪਣੇ ਆਪ ਵਿੱਚ ਕੋਈ ਮਹੱਤਵ ਨਹੀਂ ਰੱਖਦੀਆਂ। ਇਹ ਮਹੱਤਵਪੂਰਨ ਬੁੱਧੀ ਵੱਲੋਂ ਕੀਤੇ ਪ੍ਰਬੰਧ ਅਤੇ ਉਸਾਰੇ ਗਏ ਤਾਲਮੇਲ ਨਾਲ ਬਣਦੀਆਂ ਹਨ। ਜਰਮਨਾਂ ਅਤੇ ਜਾਪਾਨੀਆਂ ਨੂੰ ਜਦੋਂ ਲੰਮਾ ਅਰਸਾ ਨਿਰੰਤਰ ਮਿਹਨਤ ਕਰਨ ਦੀ ਲੋੜ ਪਏ, ਇਹ ਹੋਰਾਂ ਨਾਲੋਂ ਵਧੇਰੇ ਯੋਗ ਸਾਬਤ ਹੁੰਦੇ ਹਨ। ਜੇ ਮੁਕਾਬਲਾ ਨਾ ਹੋਵੇ ਤਾਂ ਕੋਈ ਕੁਝ ਨਹੀਂ ਕਰੇਗਾ, ਕੁਝ ਨਵਾਂ ਨਹੀਂ ਵਾਪਰੇਗਾ। ਜਿੱਥੇ ਸਹਿਯੋਗ ਦਾ ਬੋਲਬਾਲਾ ਹੋਵੇ, ਉੱਥੇ ਸਹਿਯੋਗ ਦਿਓ। ਜਿੱਥੇ ਮੁਕਾਬਲਾ ਹੈ, ਉੱਥੇ ਸਲੀਕੇ ਨਾਲ ਡਟ ਕੇ ਮੁਕਾਬਲਾ ਕਰੋ। ਇਸਤਰੀ ਨਾਲੋਂ ਵੀ ਵਧੇਰੇ ਜੇ ਉਸਦੇ ਲਿਬਾਸ ਅਤੇ ਗਹਿਣਿਆਂ ਅਤੇ ਸ਼ਿੰਗਾਰ ਦਾ ਸਤਿਕਾਰ ਕਰੋ ਤਾਂ ਉਹ ਵਧੇਰੇ ਪ੍ਰਸੰਨ ਹੋਵੇਗੀ। ਯੂਨੀਵਰਸਿਟੀ ਦਾ ਅਧਿਆਪਕ ਆਪ ਦੱਸੇ ਕਿ ਉਹ ਕੀ ਸੋਚਦਾ ਹੈ, ਉਸਦੇ ਕੀ ਵਿਚਾਰ ਹਨ। ਉਸਨੂੰ ਵੱਡੇ ਵੱਡੇ ਚਿੰਤਕਾਂ ਦੇ ਲੰਮੇ ਲੰਮੇ ਨਾਂ ਲੈ ਕੇ ਵਿਦਿਆਰਥੀਆਂ ਨੂੰ ਡਰਾਉਣ ਦੀ ਲੋੜ ਨਹੀਂ ਪੈਣੀ ਚਾਹੀਦੀ। ਜੱਫੀ ਪਾ ਕੇ ਮਿਲਣਾ ਨੇੜਤਾ ਅਤੇ ਪਿਆਰ ਦਾ ਸਬੂਤ ਹੁੰਦਾ ਹੈ, ਪਰ ਹਰ ਵੇਲੇ ਜੱਫੀ ਪਾਈ ਰੱਖਣ ਨਾਲ ਦੋਹਾਂ ਦਾ ਸਾਹ ਘੁੱਟੇਗਾ। ਨਰਕ ਖਾਲੀ ਹੈ, ਉੱਥੇ ਕੋਈ ਅੱਗ ਨਹੀਂ। ਉੱਥੇ ਜਾਣ ਵਾਲੇ ਆਪਣੇ ਸੜਨ ਲਈ ਆਪਣੀ ਅੱਗ ਨਾਲ ਲੈ ਜਾਂਦੇ ਹਨ।
ਇੰਗਲੈਂਡ ਅਨੇਕਾਂ ਧਰਤੀਆਂ ਅਤੇ ਦੇਸ਼ਾਂ 'ਤੇ ਆਪਣੇ ਝੰਡੇ ਝੁਲਾਉਂਦਾ ਰਿਹਾ ਹੈ, ਜਿਹੜੇ ਇੱਕ-ਇੱਕ ਕਰਕੇ ਪੁੱਟ ਦਿੱਤੇ ਗਏ ਹਨ। ਜੇ ਤੁਸੀਂ ਆਪ ਆਪਣੇ ਚਾਹੇ ਅਨੁਸਾਰ ਸਾਰੇ ਯਤਨਾਂ ਦੇ ਬਾਵਜੂਦ ਨਹੀਂ ਬਦਲ ਸਕੇ, ਤਾਂ ਇਹ ਆਸ ਲਾਉਣੀ ਨਿਰਮੂਲ ਹੈ ਕਿ ਤੁਸੀਂ ਹੋਰਾਂ ਨੂੰ ਬਦਲ ਦਿਓਗੇ। ਪਤੀ ਪਤਨੀ ਇੱਕ ਦੂਜੇ ਨੂੰ ਬਦਲਣ ਦੀ ਜਿੱਦ ਕਰਦਿਆਂ ਅਕਸਰ ਆਪਣਾ ਵਿਆਹ ਤੋੜ ਕੇ ਬਹਿ ਜਾਂਦੇ ਹਨ। ਵਕਤ ਇੱਕ ਸੰਦ ਹੈ, ਬਹੁਤੇ ਇਸ ਨੂੰ ਢਾਸਣਾ ਬਣਾ ਲੈਂਦੇ ਹਨ। ਦੇਸ਼ ਦੇ ਫੁਰਤੀਲੇ ਵਿਕਾਸ ਲਈ ਉੱਤਰੀ ਭਾਰਤ ਦੀ ਸਰੀਰਕ ਸ਼ਕਤੀ ਅਤੇ ਦੱਖਣੀ ਭਾਰਤ ਦੀ ਅਕਲ ਵਿੱਚ ਤਾਲਮੇਲ ਉਸਾਰਨ ਦੀ ਲੋੜ ਹੁੰਦੀ ਹੈ। ਚਲਾਕੀ ਮਨੁੱਖ ਦੀ ਨੀਅਤ ਵਿੱਚ ਹੈ। ਕਰਨਾ ਅਪਮਾਨ ਚਾਹੁੰਦਾ ਹੈ, ਪਰ ਸ਼ਬਦਾਵਲੀ ਸਨਮਾਨ ਵਾਲੀ ਵਰਤਦਾ ਹੈ। ਕਮਜ਼ੋਰ ਯੂਨੀਵਰਸਿਟੀਆਂ ਵਿੱਚ 3 ਵੱਡੀਆਂ ਸਮੱਸਿਆਵਾਂ ਹੁੰਦੀਆਂ ਹਨ: ਵਿਦਿਆਰਥੀਆਂ ਵਿੱਚ ਇਸ਼ਕ ਦੀ ਸਮੱਸਿਆ, ਸਟਾਫ ਲਈ ਛੁੱਟੀਆਂ ਦੀ ਸਮੱਸਿਆ, ਅਧਿਆਪਕਾਂ ਲਈ ਪ੍ਰਮੋਸ਼ਨ ਦੀ ਸਮੱਸਿਆ। ਇਹਨਾਂ ਕਾਰਨ ਪੜ੍ਹਨਾ, ਕੰਮ ਕਰਨਾ ਅਤੇ ਪੜ੍ਹਾਉਣਾ ਮਹੱਤਵਪੂਰਨ ਕਾਰਜ ਨਹੀਂ ਰਹਿੰਦਾ। ਆਪਣੇ ਅਪਮਾਨ ਨੂੰ ਹਰ ਵੇਲੇ ਯਾਦ ਨਹੀਂ ਰੱਖਣਾ ਚਾਹੀਦਾ। ਜੇ ਅਜਿਹਾ ਨਾ ਕੀਤਾ ਜਾਵੇ ਤਾਂ ਸਨਮਾਨ ਦੇ ਨਵੇਂ ਅਵਸਰ ਗੁਆਚ ਜਾਂਦੇ ਹਨ। ਜੋ ਕੇਵਲ ਖਾਣ ਪੀਣ ਲਈ ਜਿਉਂਦੇ ਹਨ, ਉਹ ਬਹੁਤਾ ਚਿਰ ਜਿਉਂਦੇ ਨਹੀਂ। ਆਗੂ ਬਾਂਹ ਨਾਲ ਇਸ਼ਾਰਾ ਕਰਕੇ ਹੋਰਾਂ ਨੂੰ ਯੋਗ ਥਾਂ 'ਤੇ ਪਹੁੰਚਣ ਲਈ ਨਹੀਂ ਕਹਿੰਦਾ, ਉਹ ਆਪ ਉੱਥੇ ਪਹੁੰਚਦਾ ਹੈ ਅਤੇ ਆਖਦਾ ਹੈ, ਇੱਥੇ ਆ ਜਾਓ। ਸਮੱਸਿਆਵਾਂ ਵਿਕਾਸ ਦੀ ਕੀਮਤ ਹੁੰਦੀਆਂ ਹਨ। ਸਿੱਖਿਆ ਅਤੇ ਅਕਲ ਵਿੱਚ ਅੰਤਰ ਹੁੰਦਾ ਹੈ। ਸਿੱਖਿਆ ਉਪਜੀਵਕਾ ਕਮਾਉਣੀ ਸਿਖਾਉਂਦੀ ਹੈ ਅਤੇ ਅਕਲ ਜੀਵਨ ਜਿਉਣਾ ਸਿਖਾਉਂਦੀ ਹੈ। ਬੱਚਿਆਂ ਨੂੰ ਕੰਡੇ ਲਾਹੁਣ ਉਪਰੰਤ ਨਹੀਂ, ਕੰਡਿਆਂ ਵਾਲੇ ਗੁਲਾਬ ਦਿਓ। ਉਹ ਇੱਕੋ ਵੇਲੇ ਗੁਲਾਬ ਦੀ ਸੁੰਦਰਤਾ ਅਤੇ ਕੰਡਿਆਂ ਦੀ ਚੋਭ ਦੇ 2 ਸਬਕ ਸਿੱਖਣਗੇ। ਜਦੋਂ ਆਮਦਨ ਵੱਧਦੀ ਹੈ ਤਾਂ ਉਸ ਅਨੁਪਾਤ ਵਿੱਚ ਜੀਵਨ ਦੀ ਪੱਧਰ ਨਹੀਂ ਸੁਧਰਦੀ, ਫਜ਼ੂਲ ਖਰਚੀ ਵੱਧ ਜਾਂਦੀ ਹੈ। ਵਰਤਮਾਨ ਵਿੱਚ ਜਿਉਣਾ ਬੜਾ ਮੁਸ਼ਕਿਲ ਹੁੰਦਾ ਹੈ। ਇਸ ਲਈ ਲੋਕ ਜਾਂ ਅਤੀਤ ਵਿੱਚ ਜਿਉਂਦੇ ਹਨ ਜਾਂ ਭਵਿੱਖ 'ਤੇ ਆਸਾਂ ਲਾਉਂਦੇ ਹਨ। ਧਨ ਕਮਾਉਣਾ ਕਿਸੇ ਵੀ ਥਾਂ ਕਦੇ ਵੀ ਮੁਸ਼ਕਿਲ ਨਹੀਂ ਹੁੰਦਾ। ਸਹੀ ਅਤੇ ਕਾਨੂੰਨੀ ਢੰਗ ਨਾਲ ਕਮਾਉਣਾ ਮੁਸ਼ਕਿਲ ਹੁੰਦਾ ਹੈ। ਇਸਲਾਮ ਵਿੱਚ ਮੋਮਨ ਕਾਫਿਰ ਦੀ ਜਾਇਦਾਦ ਦਾ ਮਾਲਕ ਬਣ ਜਾਂਦਾ ਹੈ, ਪਰ ਕਾਫਿਰ ਮੋਮਨ ਦੀ ਜਾਇਦਾਦ ਦਾ ਮਾਲਕ ਨਹੀਂ ਹੋ ਸਕਦਾ। ਮਹੱਤਵਪੂਰਨ ਪੱਖ ਨਾ ਮੋਮਨ ਹੈ ਨਾ ਕਾਫਿਰ ਹੈ, ਮਹੱਤਵਪੂਰਨ ਪੱਖ ਜਾਇਦਾਦ ਹੈ। ਛੋਟੇ ਕਲਾਕਾਰਾਂ ਵੱਲੋਂ ਕੀਤੀ ਨਕਲ ਅਖਵਾਉਂਦੀ ਹੈ, ਵੱਡੇ ਕਲਾਕਾਰਾਂ ਵੱਲੋਂ ਕੀਤੀ ਨਕਲ ਕਬੂਲਿਆ ਹੋਇਆ ਪ੍ਰਭਾਵ ਅਖਵਾਉਂਦੀ ਹੈ। ਸੋਚ ਅਤੇ ਖੋਜ ਦਾ ਕਮਾਲ ਇਹ ਹੈ ਕਿ ਇਸ ਨਾਲ ਉਸ ਨੂੰ ਲੱਭਿਆ ਜਾਂਦਾ ਹੈ ਜਿਸ ਬਾਰੇ ਪਹਿਲਾਂ ਦੱਸਣਾ ਸੰਭਵ ਨਹੀਂ ਹੁੰਦਾ। ਇਸਲਾਮ ਵਿੱਚ ਕਿਸੇ ਹੋਰ ਧਰਮ ਬਾਰੇ ਜਾਣਨਾ ਮਨ੍ਹਾ ਹੈ ਅਤੇ ਸੁਣਨਾ ਕੁਫਰ ਹੈ। ਸਮਾਜਵਾਦ ਅਤੇ ਪੂੰਜੀਵਾਦ ਦੋਵੇਂ ਲੰਮਾ ਅਰਸਾ ਇੱਕ ਦੂਜੇ ਨੂੰ ਦਫਨਾਉਣ ਦੇ ਦਮਗਜੇ ਮਾਰਦੇ ਰਹੇ ਹਨ। ਇਜ਼ਰਾਈਲ ਦੀ ਨੀਤੀ ਰਹੀ ਹੈ, ਜਿਹੜਾ ਸਾਨੂੰ ਇੱਕ ਗੱਲ 'ਤੇ ਥੱਪੜ ਮਾਰੇਗਾ, ਉਸ ਅੱਗੇ ਅਸੀਂ ਦੂਜੀ ਗੱਲ ਨਹੀਂ ਕਰਾਂਗੇ, ਉਸ ਦੀ ਅਸੀਂ ਬਾਂਹ ਲਾਵਾਂਗੇ। ਲੋਕਾਂ ਨੂੰ ਗਾਥਾਵਾਂ, ਕਥਾਵਾਂ, ਨਾਇਕਾਂ, ਨਾਇਕਾਵਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਨੂੰ ਉਹ ਛਤਰੀਆਂ ਵਾਂਗ ਤਾਣ ਲੈਂਦੇ ਹਨ। ਸੈਲਾਨੀ ਆਪ ਨਵੀਂ ਘੁੰਮਣ ਫਿਰਨ ਵਾਲੀ ਥਾਂ ਦੇ ਵਾਸੀ ਨਹੀਂ ਹੁੰਦੇ, ਸੋ ਉਹਨਾਂ ਦੇ ਪਹਿਰਾਵੇ ਅਤੇ ਵਿਹਾਰ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਸੈਲਾਨੀ ਹਨ। ਮਨੁੱਖ ਦੇ ਅਸਲੀ ਕੱਦ ਦਾ ਪਤਾ ਸੰਕਟ ਵਿੱਚ ਲੱਗਦਾ ਹੈ। ਅਹਿੰਸਾ ਦਾ ਹਥਿਆਰ ਹਾਕਮ ਨੂੰ ਜ਼ਖਮੀ ਨਹੀਂ ਕਰਦਾ, ਪਰ ਉਸ ਦੀ ਹੈਂਕੜ ਦਾ ਇਲਾਜ ਕਰਦਾ ਹੈ। ਜਦੋਂ ਵਸੀਲੇ ਨਾ ਹੋਣ, ਅਕਲ ਵਰਤੋ। ਬੈਠੇ ਵਿਅਕਤੀ ਬਾਰੇ ਬਹੁਤੇ ਅਨੁਮਾਨ ਨਹੀਂ ਲਾਏ ਜਾ ਸਕਦੇ, ਪਰ ਉਸ ਦੇ ਤੁਰਦਿਆਂ ਬੜਾ ਕੁਝ ਵੇਖਿਆ, ਨਾਪਿਆ, ਤੋਲਿਆ ਜਾ ਸਕਦਾ ਹੈ। ਆਪਣੇ ਔਗੁਣਾਂ ਨੂੰ ਜਾਣੋ, ਹੋਰਾਂ ਨੂੰ ਸਮਝਣਾ ਜਾਣਨਾ ਸੌਖਾ ਹੋ ਜਾਵੇਗਾ। ਹਰ ਕਿਸੇ ਦੇ ਸਾਹਮਣੇ ਥੋੜ੍ਹਾ ਜਿਹਾ ਵੇਖਿਆ, ਪਰਖਿਆ ਅਤੇ ਬੜਾ ਵਿਸ਼ਾਲ ਅਣਵੇਖਿਆ, ਅਣਜਾਣਿਆ ਸੰਸਾਰ ਹੁੰਦਾ ਹੈ। ਭੁੱਖ ਅਤੇ ਸਮੁੰਦਰ ਨੇ ਮਨੁੱਖ ਨੂੰ ਖੋਜੀ ਬਣਾਇਆ ਹੈ।
ਅਹਿੰਸਾ ਦਾ ਸੰਦ ਅਜਿਹਾ ਸੰਕਟ ਅਤੇ ਅਜਿਹਾ ਤਣਾਅ ਅਤੇ ਦਬਾਅ ਉਪਜਾਉਂਦਾ ਹੈ ਕਿ ਗੱਲ ਸੁਣਨ ਤੋਂ ਵੀ ਇਨਕਾਰੀ ਹਾਕਮ ਬੇਬਸ ਹੋ ਜਾਂਦੇ ਹਨ। ਨਸਲ ਕੋਈ ਹੋਵੇ, ਨਰ ਨਾਲੋਂ ਮਾਦਾ ਅਕਸਰ ਵਧੇਰੇ ਤਿੱਖੀ, ਚਲਾਕ ਅਤੇ ਵਧੇਰੇ ਕਾਰਜਸ਼ੀਲ ਰਹਿੰਦੀ ਹੈ। ਆਪਸ ਵਿੱਚ ਲੜਨ ਵਾਲੇ ਪਤੀ ਪਤਨੀ ਜੋ ਗਾਲਾਂ ਕੱਢਦੇ ਹਨ, ਅੰਤ ਨੂੰ ਉਹ ਦੋਵੇਂ ਇੱਕ ਦੂਜੇ ਦੀਆਂ ਗਾਲਾਂ ਅਨੁਸਾਰ ਹੋ ਨਿਬੜਦੇ ਹਨ। ਜਦੋਂ ਸਾਡੇ ਕੋਲ ਪੈਸੇ ਨਹੀਂ ਹੁੰਦੇ ਤਾਂ ਅਸੀਂ ਸੋਚਦੇ ਹਾਂ ਜੇ ਹੁੰਦੇ ਤਾਂ ਇਹ ਕਰਦਾ, ਉਹ ਖਰੀਦਦਾ, ਪਰ ਜਦੋਂ ਇਹ ਕਰਨ ਅਤੇ ਉਹ ਖਰੀਦਣ ਦੇ ਸਾਧਨ ਹੋ ਜਾਂਦੇ ਹਨ ਤਾਂ ਸਾਡੀਆਂ ਤਰਜੀਹਾਂ ਬਦਲ ਜਾਂਦੀਆਂ ਹਨ। ਸੰਸਾਰ ਦੇ ਸਭ ਤੋਂ ਪੁਰਾਣੇ ਰਾਜ ਨੂੰ ਜੰਗਲ ਰਾਜ ਕਿਹਾ ਜਾਂਦਾ ਹੈ। ਕਈ ਥਾਵਾਂ 'ਤੇ ਇਹ ਹੁਣ ਵੀ ਪਹਿਲੇ ਵਾਂਗ ਹੀ ਜਾਰੀ ਹੈ। ਜਿਹੜਾ ਸਾਨੂੰ ਕੁਝ ਪੁੱਛਦਾ ਨਹੀਂ, ਉਸ ਨਾਲ ਝੂਠ ਬੋਲਣ ਦੀ ਲੋੜ ਨਹੀਂ ਪੈਂਦੀ। ਕਈ ਕਿਸੇ ਦੀ ਪ੍ਰਸ਼ੰਸਾ ਕਰਨੀ ਜਾਣਦੇ ਹੀ ਨਹੀਂ। ਜਦੋਂ ਭੁੱਲ ਭੁਲੇਖੇ ਕਰਦੇ ਵੀ ਹਨ ਤਾਂ ਲੱਗਦਾ ਹੈ ਜਿਵੇਂ ਅਪਮਾਨ ਕਰ ਰਹੇ ਹੋਣ, ਕਿਉਂਕਿ ਪ੍ਰਸ਼ੰਸਾਮਈ ਸ਼ਬਦਾਂ ਨੂੰ ਲਮਕਾ ਕੇ ਅਤੇ ਵਿਗਾੜ ਕੇ ਬੋਲਣ ਨਾਲ ਉਹ ਅਪਮਾਨਮਈ ਹੋ ਜਾਂਦੇ ਹਨ। ਦੁਸ਼ਮਣ ਦੇ ਮਰਨ ਸਮੇਂ ਪ੍ਰਗਟਾਏ ਗਏ ਸੋਗ ਵਿੱਚ ਨਫ਼ਰਤ ਨੂੰ ਸੁਨੇਹੇ ਵਿੱਚ ਰੰਗਣ ਦਾ ਅਸਫਲ ਯਤਨ ਕੀਤਾ ਜਾਂਦਾ ਹੈ। ਅਜੋਕੇ ਮਨਸੂਰਾਂ ਨੂੰ ਪੱਥਰ ਨਹੀਂ ਮਾਰੇ ਜਾਂਦੇ, ਅਹੁਦੇ ਤੋਂ ਅਸਤੀਫਾ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ। ਵੱਡੀਆਂ ਯੂਨੀਵਰਸਿਟੀਆਂ ਵਿੱਚ 2 ਪੜਾਵਾਂ 'ਤੇ ਸਾਵਧਾਨੀ ਵਰਤੀ ਜਾਂਦੀ ਹੈ। ਪ੍ਰੋਫੈਸਰਾਂ ਦੀ ਚੋਣ ਕਰਨ ਵੇਲੇ ਅਤੇ ਵਿਦਿਆਰਥੀਆਂ ਨੂੰ ਦਾਖਲ ਕਰਨ ਸਮੇਂ। ਇਸ ਉਪਰੰਤ ਯੂਨੀਵਰਸਿਟੀ ਨੂੰ ਪ੍ਰਸਿੱਧ ਕਰਨ ਦਾ ਕਾਰਜ ਪ੍ਰੋਫੈਸਰ ਅਤੇ ਵਿਦਿਆਰਥੀ ਰਲ ਕੇ ਕਰਦੇ ਹਨ। ਸੋਚਣ ਵਿੱਚ ਲਾਇਆ ਵਕਤ ਮਗਰੋਂ ਮਾਣਨ ਵਾਲਾ ਵਕਤ ਬਣ ਜਾਂਦਾ ਹੈ। ਲੋਕਾਂ ਵੱਲ ਸੂਚਨਾ ਅਤੇ ਗਿਆਨ ਦਾ ਪ੍ਰਵਾਹ ਰੋਕਣਾ ਬੜਾ ਵੱਡਾ ਜ਼ੁਲਮ ਹੈ, ਜਿਹੜਾ ਭਾਰਤ ਵਿੱਚ ਬ੍ਰਾਹਮਣ ਸਦੀਆਂ ਤੋਂ ਕਰਦੇ ਆ ਰਹੇ ਹਨ। ਵਿਦਿਆਰਥੀਆਂ ਵੱਲੋਂ ਅਧਿਆਪਕ ਨੂੰ ਧਿਆਨ ਨਾਲ ਸੁਣਨ ਦੀ ਪੱਧਰ ਅਧਿਆਪਕ ਦੀ ਸੋਚਣ ਅਤੇ ਪੜ੍ਹਾਉਣ ਦੀ ਪੱਧਰ ਨੂੰ ਨਿਰਧਾਰਤ ਕਰਦੀ ਹੈ। ਕਲਾ ਦਾ ਸੁਭਾਅ ਨਾਰੀ ਵਾਲਾ ਹੁੰਦਾ ਹੈ, ਕਿਉਂਕਿ ਇਹ ਸਿਰਜਣਾ ਹੁੰਦੀ ਹੈ। ਭੈੜੀ ਬੋਲਬਾਣੀ ਨਾਲ ਅਮੀਰੀ ਦੂਰ ਤੁਰ ਜਾਂਦੀ ਹੈ। ਕਮਜ਼ੋਰ ਯੂਨੀਵਰਸਿਟੀਆਂ ਵਿੱਚ ਵਖਰੇਵਿਆਂ ਨੂੰ ਕੁਚਲਿਆ ਜਾਂਦਾ ਹੈ, ਜਦੋਂ ਕਿ ਵੱਡੀਆਂ ਯੂਨੀਵਰਸਿਟੀਆਂ ਵਖਰੇਵਿਆਂ ਦਾ ਸਵਾਗਤ ਕਰਦੀਆਂ ਹਨ। ਭਾਵੇਂ ਕੋਈ ਕਵੀ ਹੋਵੇ ਜਾਂ ਚਿੱਤਰਕਾਰ, ਵਪਾਰੀ ਜਾਂ ਕਰਮਚਾਰੀ, ਡਾਕਟਰ ਜਾਂ ਅਧਿਆਪਕ, ਉਹ ਸਫਲ ਤਾਂ ਹੀ ਹੋਵੇਗਾ ਜੇ ਆਪਣੇ ਕੰਮ ਨਾਲ ਇਕਸੁਰ ਹੋਵੇਗਾ। ਹੱਥ ਵਿੱਚ ਵਿਸ਼ਵਾਸ ਕਰਨ ਵਾਲਾ ਆਪਣੇ ਆਪ ਨੂੰ ਬਹੁਗਿਣਤੀ ਸਮਝਦਾ ਹੈ। ਰੱਬ ਵਿੱਚ ਵਿਸ਼ਵਾਸ ਕਰਨ ਵਾਲਾ ਆਪਣੇ ਆਪ ਨੂੰ ਬਹੁਗਿਣਤੀ ਸਮਝਦਾ ਹੈ। ਮਨੁੱਖੀ ਇਤਿਹਾਸ ਵਿੱਚ ਯੁੱਧ ਦੇ ਨਗਾਰਿਆਂ ਅਤੇ ਬੰਬਾਂ ਦੇ ਫਟਣ ਦਾ ਸ਼ੋਰ ਹੈ। ਜਦੋਂ ਮਨੁੱਖ ਦੀ ਮੌਤ ਆਉਂਦੀ ਹੈ ਤਾਂ ਰੱਬ ਦਾ ਟੈਲੀਫੋਨ ਖਰਾਬ ਹੋ ਜਾਂਦਾ ਹੈ, ਕੋਈ ਅਰਦਾਸ ਬੇਨਤੀ ਨਹੀਂ ਪਹੁੰਚਦੀ। ਅਤੀਤ ਵਿਚਲੀਆਂ ਪ੍ਰਾਪਤੀਆਂ ਤੇ ਮਾਣ ਕਰਨ ਵਾਲੇ ਬਹੁਤੇ ਸੰਗਠਨ ਖੜੋਤ ਦਾ ਸ਼ਿਕਾਰ ਹੁੰਦੇ ਹਨ ਅਤੇ ਦੁਹਰਾਓਵਾਦੀ ਸਮਾਗਮਾਂ ਤੱਕ ਸੀਮਿਤ ਹੋ ਜਾਂਦੇ ਹਨ। ਗਾਂਧੀ ਜੀ ਨਾਲ ਸੰਬੰਧਿਤ ਕੋਈ ਸੰਸਥਾ ਆਧੁਨਿਕ ਨਹੀਂ ਹੋ ਸਕਦੀ। ਮਨੋਵਿਸ਼ਲੇਸ਼ਣ ਵਿੱਚ ਅਤੀਤ ਦੀਆਂ ਉਲਝਣਾਂ ਦੇ ਅਜੋਕੇ ਰੂਪ ਉਘੜਦੇ ਹਨ। ਜਿਨ੍ਹਾਂ ਦਾ ਕੋਈ ਉਦੇਸ਼ ਨਹੀਂ ਹੁੰਦਾ, ਉਹਨਾਂ ਕੋਲ ਕੋਈ ਦ੍ਰਿਸ਼ਟੀ ਵੀ ਨਹੀਂ ਹੁੰਦੀ। ਅਜੋਕੀ ਪਤਨੀ ਝੁਕਦੀ ਨਹੀਂ, ਆਪਣੀ ਗੱਲ ਮਨਵਾਉਂਦੀ ਹੈ, ਸਮਝੌਤਾ ਕਰਨ ਲਈ ਤਿਆਰ ਨਹੀਂ ਹੁੰਦੀ, ਪਰ ਜੇ ਪਤੀ ਝੁਕ ਜਾਵੇ ਤਾਂ ਇਤਰਾਜ਼ ਨਹੀਂ ਕਰਦੀ। ਹੁਕੂਮਤ ਦੀ ਰਾਜਨੀਤੀ ਵਿੱਚ ਸਮੱਸਿਆ ਨੂੰ ਸਮੱਸਿਆ ਵਜੋਂ ਸਵੀਕਾਰ ਨਹੀਂ ਕੀਤਾ ਜਾਂਦਾ, ਮੰਗ ਵਜੋਂ ਵਿਚਾਰਿਆ ਜਾਂਦਾ ਹੈ ਅਤੇ ਉਸ ਨੂੰ ਉਤਨਾ ਕੀ ਮੰਨਿਆ ਜਾਂਦਾ ਹੈ ਜਿਤਨਾ ਹਾਕਮਾਂ ਦੇ ਹਿੱਤ ਵਿੱਚ ਹੋਵੇ। ਜਦੋਂ ਵੀ ਦਬਾਓ ਤਣਾਅ ਹੋਵੇ, ਆਪਣੇ ਆਪ ਨੂੰ ਪ੍ਰਗਟਾਓ। ਜੇ ਤੁਸੀਂ ਇਕੱਲੇ ਹੋ ਅਤੇ ਸੁਣਨ ਵਾਲਾ ਕੋਈ ਨਹੀਂ ਤਾਂ ਲਿਖ ਕੇ ਪ੍ਰਗਟਾਓ। ਦਬਾਓ ਤਣਾਅ ਤੋਂ ਪਹਿਲਾਂ ਰਾਹਤ ਅਤੇ ਮਗਰੋਂ ਮੁਕਤੀ ਮਿਲੇਗੀ। ਪਤੀ ਪਤਨੀ ਇੱਕ ਦੂਜੇ ਨੂੰ ਬਦਲ ਨਹੀਂ ਸਕਦੇ। ਸਵੀਕਾਰ ਕਰੋ ਕਿ ਇਸਤਰੀ ਅਤੇ ਪੁਰਸ਼ ਵੱਖਰੇ ਵੱਖਰੇ ਢੰਗ ਨਾਲ ਸੋਚਦੇ ਹਨ। ਅਜਿਹਾ ਸਵੀਕਾਰ ਕਰਨ ਨਾਲ ਦੋਵੇਂ ਬਦਲ ਲੱਗਣਗੇ। ਹੁਣ ਪਤੀ ਪਤਨੀ ਵਿੱਚ ਅਣਬਣ ਦੇ ਕਾਰਨ ਦੋਹਾਂ ਦੇ ਪੱਕ ਚੁੱਕੇ ਸੁਭਾਅ ਹੁੰਦੇ ਹਨ। ਇਹ ਦੇਰ ਨਾਲ ਕੀਤੇ ਵਿਆਹ ਦੀ ਸਮੱਸਿਆ ਹੈ।
ਜਦੋਂ ਝਗੜਾ ਚੱਲ ਪਏ ਤਾਂ ਸਦਭਾਵਨਾ ਬੇਅਸਰ ਹੀ ਨਹੀਂ ਹੋ ਜਾਂਦੀ, ਇਸ ਦੇ ਅਰਥ ਵੀ ਉਲਟੇ ਕੱਢੇ ਜਾਂਦੇ ਹਨ। ਭਾਵਕ ਸਮੱਸਿਆਵਾਂ ਦੇ ਕੋਈ ਫੌਰੀ ਹੱਲ ਨਹੀਂ ਹੁੰਦੇ, ਕਈਆਂ ਦੇ ਹੱਲ ਹੁੰਦੇ ਹੀ ਨਹੀਂ, ਇਹ ਨਵੀਆਂ ਸਮੱਸਿਆਵਾਂ ਵਿੱਚ ਗੁਆਚ ਜਾਂਦੀਆਂ ਹਨ। ਬਹੁਤੀ ਆਲੋਚਨਾ ਨਾਲ ਅਸੀਂ ਜੀਵਨ ਦੀਆਂ ਤਸੱਲੀਆਂ ਵੀ ਹੂੰਝ ਦਿੰਦੇ ਹਾਂ। ਨਾਸਤਕ ਨੂੰ ਕੋਈ ਆਪਣਾ ਗੁਰੂ ਮੰਨ ਲਵੇ ਤਾਂ ਉਹ ਇਤਰਾਜ਼ ਨਹੀਂ ਕਰਦਾ। ਹੁਣ ਸਾਡਾ ਥੁੜਾਂ ਦੇ ਸੰਦਰਭ ਵਿੱਚ ਉਸਰਿਆ ਸੱਭਿਆਚਾਰ ਸਭ ਪ੍ਰਕਾਰ ਦੀ ਬਹੁਤਾਤ ਦੇ ਪਾਗਲਪਨ ਵਿੱਚ ਉਲਝਦਾ ਜਾ ਰਿਹਾ ਹੈ। ਕਈ ਸ਼ਕਲਾਂ ਅਤੇ ਭਾਵਨਾਵਾਂ ਨਿਰੰਤਰ ਪਰੇਸ਼ਾਨ ਕਰਦੀਆਂ ਰਹਿੰਦੀਆਂ ਹਨ, ਕਈ ਸਥਿਤੀਆਂ ਕਦੇ ਪ੍ਰਵਾਨ ਨਹੀਂ ਹੁੰਦੀਆਂ। ਜਿਸ ਫਿਲਮ ਜਾਂ ਨਾਟਕ ਵਿੱਚ ਇਸਤਰੀ ਦੀ ਪੇਸ਼ਕਾਰੀ ਜਾਂ ਭੂਮਿਕਾ ਨਹੀਂ ਹੁੰਦੀ, ਉਹ ਨਾ ਫਿਲਮ ਹੁੰਦੀ ਹੈ ਨਾ ਨਾਟਕ, ਕਿਉਂਕਿ ਇਹ ਦਰਸ਼ਨੀ ਕਲਾਵਾਂ ਹਨ ਅਤੇ ਇਸਤਰੀ ਦਰਸ਼ਨੀ ਜੀਵ ਹੈ। ਹਰ ਔਰਤ ਦੇ ਦਿਲ ਉੱਤੇ ਭਾਵਨਾਵਾਂ ਅਤੇ ਸੁਪਨਿਆਂ ਦੇ ਝੁਲਸਣ ਦੇ ਨਿਸ਼ਾਨ ਹੁੰਦੇ ਹਨ ਅਤੇ ਹਰੇਕ ਪੁਰਸ਼ ਦੇ ਦਿਲ ਤੇ ਟੁੱਟੇ ਪਿਆਰ ਦੇ ਚਿੱਬ ਪਏ ਹੁੰਦੇ ਹਨ। ਸਿਆਣੇ ਬਣਨ ਲਈ ਇਸਤਰੀਆਂ ਪੁਰਸ਼ਾਂ ਦਾ ਇੱਕ ਦੂਜੇ ਦੇ ਸੰਪਰਕ ਵਿੱਚ ਆਉਣਾ ਜ਼ਰੂਰੀ ਹੁੰਦਾ ਹੈ, ਪਰ ਇਹ ਸੰਪਰਕ ਸਿਆਣੇ ਬਣਨ ਲਈ ਹੀ ਜ਼ਰੂਰੀ ਨਹੀਂ ਹੁੰਦਾ, ਇਹ ਮੂਰਖ ਬਣਨ ਲਈ ਵੀ ਜ਼ਰੂਰੀ ਹੁੰਦਾ ਹੈ। ਸਾਡਾ ਫੈਸ਼ਨ ਸਾਡੇ ਬਾਰੇ ਬਿਨਾਂ ਬੋਲੇ ਹੀ ਜਾਣਕਾਰੀ ਦੇ ਦਿੰਦਾ ਹੈ। ਇਹ ਕਹਿਣਾ ਕਿ ਮਨੁੱਖ ਕੁਦਰਤ ਦੀ ਸਿਰਜੀ ਇੱਕ ਬੜੀ ਗੁੰਝਲਦਾਰ, ਕੁਸ਼ਲ ਅਤੇ ਕਾਰਜਸ਼ੀਲ ਮਸ਼ੀਨ ਹੈ, ਵਿਗਿਆਨਕ ਸੋਚ ਹੈ, ਪਰ ਇਹ ਕਹਿਣਾ ਕਿ ਮੈਂ ਇੱਕ ਮਸ਼ੀਨ ਹਾਂ, ਵਿਗਿਆਨਕ ਸੋਚ ਨਹੀਂ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।